सतनाम करता पुरख निर्भउ निर्वैर अकाल मूरत अजूनी सैभं गुरु प्रसाद गुर दाता गुर मैं घर गुर दीपक ते दोए अमर पदार्थ नानका मन मानिया सुख होए अमर पदार्थ नानका मन मानिया सुख होए। वाहिगुरु जी का खालसा वाहिगुरु जी की फतेह। परम सन्मानयोग सतगुरु धन धन साहिब श्री गुरु ग्रंथ साहिब महाराज जी जिन्हां दी पावन अते पवित्र हजूरी अंदर शामा वेले दे दीवाना विच हाजरियां भर के पावन बाणी पढ़ सुन के सत संगत करके अपना मनुखा जीवन सफला कर रहे अति सत्कारयोग गुरु सवारे सत्संगी जनों, आओ सतगुरां दी कृपा दे सदका पावन बाणी के शब्द कीर्तन आप जी ने बड़े प्यार के नाल श्रवण कीते ने। नेता प्रति की तरह पहले पातशाह धन धन साहिब श्री गुरु नानक देव महाराज जी ने पावन जीवन दियां अमोलक विचारां दे राही साहिब श्री गुरु ग्रंथ साहिब महाराज जी के पावन चरणों नाल जुड़न का यतन करिए। कल तक आप सारे जने मिल के विचार रहे सी साहिब श्री गुरु नानक देव महाराज जी पहली उदासी दे विच खास करके हिंदू धर्म के धार्मिक स्थानां ते पहुँच के सतगुरां ने सच का उपदेश बख्शिश किया है। जिथे जिथे भी उस समय के उच्च कोटि के मंदिर सन, बड़े बड़े स्थान सन, उन्होंने स्थानों के धन गुरु नानक साहिब महाराज जी पहुंचे। जिन्हें भी कर्मकांड लोग कर रहे सन उन्होंने कर्मकांडों के विचों बाहर कढ़ के सच का बाणी का उपदेश गुरु नानक साहिब महाराज जी बख्शिश कर रहे। धन गुरु नानक साहिब महाराज जी सच का उपदेश देंदिया होया हुण बिंद्रावन की धरती के उत्ते पहुंचे। इस स्थान के उत्ते जदों धन गुरु नानक साहिब महाराज जी आए ते भाई मरदाना जी ने एक सवाल किया गुरु नानक साहिब महाराज जी के चरणों में, कह लगे पातशाह बड़े 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 धार्मिक स्थानों से जाके आए हैं, कोई कर्म कांडा दे विच डुबिया होया सी, कर्म कांड कर रहा सी, कोई झूठ बोल के दुनिया नूं गुमराह कर रहा सी, कोई धर्म ग्रंथां दे हवाले सही तरह नहीं सी दे रहा, किसी कोल सच दी विचार नहीं सी। तुसीं सबना नूं सच का उपदेश बख्शी कीता, पर जो कुछ इस धरती ते हो रहा वो मैं पहला किते नहीं देखा। जदों गुरु नानक साहिब महाराज जी इस स्थान ते आए तो इत्थे धार्मिक स्थान ते ही बहुत ज़्यादा विकार कमाए जा रहे सन। धन गुरु नानक साहिब महाराज जी कहते भाई मरदाना जी इसे करके इस स्थान पर आए हैं कि इन्हों भी सच दस सकीए। हुण गुरु नानक साहिब
इन्हां दे विचों ਜਿਹੜੇ ਪਤਵੰਤੇ ਮਨੁੱਖ ਸਨ, ਭਾਵ ਜਿਹੜੇ ਸਿਆਣੀਆਂ ਸਾਰੀਆਂ ਉਮਰਾਂ ਦੇ ਮਨੁੱਖ ਸਨ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹਨਾਂ ਨੂੰ ਆਪਣੇ ਕੋਲ ਸੱਦਿਆ, ਆਪਣੇ ਕੋਲ ਬੁਲਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ। ਸਤਿਗੁਰੂ ਜੀ ਕਹਿਣ ਲੱਗੇ, ਅਸਥਾਨ ਧਾਰਮਿਕ ਪਵਿੱਤਰ ਸਥਾਨ ਹੈ, ਪਰ ਇਸ ਜਗ੍ਹਾ ਦੇ ਉੱਤੇ ਅੱਤ ਦੇ ਵਿਕਾਰ ਕਮਾਏ ਜਾ ਰਹੇ, ਕਿਉਂਕਿ ਸ਼ੁਰੂਆਤ ਜਿਹੜੀ ਸੀ ਉਹ ਹੋਈ ਵਿਕਾਰਾਂ ਤੋਂ ਸੀ। ਬਾਣੀ ਦੇ ਅੰਦਰ ਆਸਾ ਜੀ ਦੀ ਵਾਰ ਦੇ ਅੰਦਰ ਆਪ ਜੀ ਸ਼ਬਦ ਪੜ੍ਹਦੇ ਹੋ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਗ ਕੀਆ। ਸ਼ੁਰੂਆਤ ਜਿਹੜੀ ਸੀ ਉੱਥੇ ਵਿਕਾਰਾਂ ਤੋਂ ਹੋਈ ਸੀ ਤੇ ਅੱਜ ਤੱਕ ਉੱਥੇ ਵਿਕਾਰ ਹੀ ਕਮਾਏ ਜਾ ਰਹੇ ਸਨ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਿਆਣੇ ਸਿਆਣੇ ਮਨੁੱਖਾਂ ਨੂੰ ਬੁਲਾਇਆ, ਉਹਨਾਂ ਦਾ ਕਹਿਣਾ ਇਹ ਸੀ, ਕਹਿੰਦੇ ਸਤਿਗੁਰੂ ਜੀ ਕਲਯੁਗ ਦਾ ਸਮਾਂ ਤੇ ਕਲਯੁਗ ਦੇ ਪ੍ਰਭਾਵ ਦੇ ਅੰਦਰ ਆ ਕੇ ਇੱਥੋਂ ਦੇ ਰਹਿਣ ਵਾਲੇ ਅਸੀਂ ਸਾਰੇ ਵਿਕਾਰ ਕਮਾ ਰਹੇ ਹਾਂ। ਕੋਈ 1 2 4 ਨਹੀਂ ਸੀ, ਕੋਈ ਗਿਣਤੀ ਵਾਲੇ ਮਨੁੱਖ ਨਹੀਂ ਸੀ, ਜਿੰਨੀ ਦੁਨੀਆ ਸੀ ਉੱਥੇ ਸਿਆਣੀ ਤੋਂ ਸਿਆਣੀ ਉਮਰ ਤੇ ਬਚਪਨ ਤੋਂ ਬਚਪਨ ਦੀ ਉਮਰ ਜਿਹੜੀ ਸੀ ਉਹ ਸਾਰੇ ਵਿਕਾਰ ਕਮਾਏ ਜਾ ਰਹੇ ਸਨ। ਹੁਣ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਸੱਚ ਦਾ ਉਪਦੇਸ਼ ਬਖਸ਼ਿਸ਼ ਕੀਤਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕੀਤੀ, ਕਹਿਣ ਲੱਗੇ, ਭਲਿਓ ਕਲਯੁਗ ਕਿੱਥੇ ਹੈ? ਕਲਯੁਗ ਕਦੀ ਕਿਸੇ ਦੇਸ਼ ਦੇ ਵਿੱਚ ਨਹੀਂ ਆਇਆ। ਕਲਯੁਗ ਕਿੱਥੇ ਹੈ? ਮਨੁੱਖ ਦੀ ਸੁਰਤ ਦੇ ਵਿੱਚ। ਜਿਹੜਾ ਸ਼ਬਦ ਪੜ੍ਹਦੇ ਆ, ਸਤਿਗੁਰੂ ਜੀ ਕਹਿੰਦੇ ਉਹੀ ਸੂਰਜ ਹੈ, ਉਹੀ ਚੰਦਰਮਾ ਹੈ, ਉਹੀ ਤਾਰੇ ਨੇ, ਸਾਰਾ ਕੁਝ ਉਹੀ ਵਰਤ ਰਿਹਾ ਦੁਨੀਆ ਦੇ ਅੰਦਰ। ਤੇ ਤੁਸੀਂ ਵਿਕਾਰ ਕਮਾਉਣ ਵਾਲੇ ਕਹਿੰਦੇ ਹੋ ਕਿ ਦੁਨੀਆ ਦੇ ਅੰਦਰ ਕਲਯੁਗ ਆ ਗਿਆ। ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹੀਏ ਤੇ ਸਤਿਗੁਰੂ ਜੀ ਇਹਨਾਂ ਯੁੱਗਾਂ ਦੇ ਧਰਮਾਂ ਨੂੰ ਨਹੀਂ ਮੰਨਦੇ ਵੀ ਯੁੱਗ 4 ਬਦਲ ਗਏ। ਜਦੋਂ ਕੋਈ ਗੁਰੂ ਤੋਂ ਟੁੱਟ ਜਾਂਦਾ ਹੈ, ਗੁਰੂ ਤੋਂ ਦੂਰ ਹੋ ਜਾਂਦਾ ਹੈ, ਉਦੋਂ ਉਹਦੇ ਵਾਸਤੇ ਕਲਯੁਗ ਵਰਤ ਜਾਂਦਾ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ। ਜਦੋਂ ਗੁਰੂ ਤੋਂ ਟੁੱਟ ਜਾਈਦਾ ਉਦੋਂ ਕਲਯੁਗ ਹੈ, ਤੇ ਜਦੋਂ ਸਾਨੂੰ ਗੁਰੂ ਚੇਤੇ ਰਵੇ, ਗੁਰੂ ਨਾਲ ਜੁੜੇ ਰਹੀਏ, ਉਦੋਂ ਸਤਿਯੁਗ ਹੈ ਸਾਡੇ ਵਾਸਤੇ। ਸਤਿਗੁਰੂ ਜੀ ਕਹਿੰਦੇ, ਸੋਈ ਗਿਰਸ ਚੜੇ ਸੋ ਤਾਰੇ, ਸੋਈ ਦਿਨੀਆਂ ਤਪਤ ਰਹਿ। ਉਹੀ ਸੂਰਜ ਚੜ੍ਹਦੇ ਆ, ਉਹੀ ਚੰਦਰਮੇ ਚੜ੍ਹ ਰਹੇ ਨੇ, ਉਹੀ ਤਾਰੇ ਚੜ੍ਹ ਰਹੇ ਨੇ, ਸਾਰਾ ਕੁਝ ਉਦਾਂ ਹੀ ਹੋ ਰਿਹਾ। ਤੁਹਾਡੇ ਵਾਸਤੇ ਕਲਯੁਗ ਆ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਸਾਰੇ ਸ਼ਬਦ ਦੀ ਬਖਸ਼ਿਸ਼ ਕੀਤੀ, ਸਮਝਾਇਆ, ਇਹ ਸਿਆਣੇ ਸਿਆਣੇ ਜਿਹੜੇ ਮਨੁੱਖ ਇਕੱਤਰ ਹੋਏ ਸਨ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਪਕੜਦੇ ਕਹਿਣ ਲੱਗੇ, ਪਾਤਸ਼ਾਹ ਸ਼ੁਕਰਾਨਾ ਵੀ ਕੀਤਾ ਗੁਰੂ ਸਾਹਿਬ ਜੀ, ਤੁਹਾਡਾ ਸ਼ੁਕਰਾਨਾ। ਅਸੀਂ ਤਾਂ ਵਿਕਾਰਾਂ ਦੇ ਵਿੱਚ ਡੁੱਬਿਆਂ ਨੇ ਆਪਣੀਆਂ ਉਮਰਾਂ ਬਤੀਤ ਕਰ ਲਈਆਂ। ਉਹ ਵਿਕਾਰ ਹੋ ਕੇ ਵੀ ਧਾਰਮਿਕ ਕਰਮ ਕਹਿੰਦੇ ਸੀ ਕਿ ਅਸੀਂ ਧਾਰਮਿਕ ਕਰਮ ਕਰ ਰਹੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਥੇ ਇਹਨਾਂ ਨੂੰ ਸੱਚ ਦਾ ਉਪਦੇਸ਼ ਦੇ ਕੇ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਾਪਸ ਪਰਤਦੇ ਦਿੱਲੀ ਦੀ ਧਰਤੀ ਦੇ ਉੱਤੇ ਆ ਕੇ ਪਹੁੰਚੇ। ਜਿਹੜੇ ਥਾਂ ਦੇ ਉੱਤੇ ਅੱਜ ਆਪਾਂ ਦੇਖਦੇ ਆ ਗੁਰਦੁਆਰਾ ਮਜਨੂ ਦਾ ਟਿੱਲਾ, ਇਸ ਸਥਾਨ ਦੇ ਉੱਤੇ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣਾ ਨਿਵਾਸ ਕੀਤਾ। ਇੱਥੇ ਇੱਕ ਫਕੀਰ ਹੈ ਜਿਹੜਾ ਬੜਾ ਹੀ ਰੱਬ ਦੇ ਰੰਗ ਦੇ ਵਿੱਚ ਰੰਗਿਆ ਹੋਇਆ, ਮਜਨੂ ਉਹਦੇ ਨਾਂ ਦੇ ਨਾਲ ਜਾਣਿਆ ਜਾਂਦਾ ਕਿ ਮਜਨੂ ਕੋਈ ਪੀਰ ਹੈ ਕਿ ਉਹ ਬੜਾ ਭਗਤੀ ਕਰਨ ਵਾਲਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹਦੇ ਕੋਲ ਆਏ, ਇਹਦੇ ਕੋਲ ਕੁਝ ਦਿਨ ਆ ਕੇ ਟਿਕਾ ਕੀਤਾ, ਇਹਦੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਤਿਹਾਸ ਵਿੱਚ ਇਹ ਜ਼ਿਕਰ ਹੈ ਕਿ ਇੱਥੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਏ ਤੇ ਇਹਦੇ ਨਾਲ ਸਤਿਗੁਰਾਂ ਨੇ ਕੇਵਲ ਵਿਚਾਰਾਂ ਦੀ ਸਾਂਝ ਪਾਈ ਹੈ। ਉਹਨੇ ਵੀ ਗੁਰੂ ਨਾਨਕ ਸਾਹਿਬ ਦਾ ਵਿਰੋਧ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਸੱਚ ਦੀ ਬੰਦਗੀ ਕਰਦੇ ਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਵੀ ਸੱਚ ਦੀ ਬੰਦਗੀ ਕਰਨ ਵਾਲੇ ਪ੍ਰਮਾਣ ਨੇ। ਇੱਥੇ ਸਤਿਗੁਰਾਂ ਨੇ ਕੁਝ ਸਮਾਂ ਬਤੀਤ ਕੀਤਾ। ਹੁਣ ਸਤਿਗੁਰੂ ਜੀ ਇੱਥੋਂ ਚੱਲ ਕੇ ਆਉਂਦਿਆਂ ਸੋਨੀਪਤ ਦੀ ਧਰਤੀ ਦੇ ਉੱਤੇ ਪਹੁੰਚਦੇ ਨੇ। ਸ਼ਾਮ ਦਾ ਵਕਤ ਪੈ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਗਰ ਤੋਂ ਬਾਹਰ ਸਥਾਨ ਕੀਤਾ ਹੋਇਆ ਹੈ। ਸ਼ਾਮ ਦਾ ਸਮਾਂ ਹੋ ਰਿਹਾ ਹੈ ਤੇ ਭਾਈ ਮਰਦਾਨਾ ਜੀ ਕਹਿੰਦੇ, ਸਤਿਗੁਰੂ ਜੀ, ਹਰ ਨਗਰ ਦੇ ਵਿੱਚ ਆ ਕੇ ਮਨੁੱਖ ਇਕੱਠੇ ਹੋ ਜਾਂਦੇ
ਜਾਂਦੇ ਨੇ, ਆ ਕੇ ਲੈ ਜਾਂਦੇ ਨੇ ਸਾਨੂੰ, ਪਰ ਇੱਥੇ ਕੋਈ ਨਹੀਂ ਆਇਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਇੱਥੇ ਇੱਕ ਆਪਣਾ ਕੀਰਤੀ ਸਿੱਖ ਹੈ, ਉਹਨੂੰ ਪਤਾ ਲੱਗਿਆ ਤੇ ਉਹ ਜ਼ਰੂਰ ਆਏਗਾ। ਹੁਣ ਜਦੋਂ ਉਹਨੂੰ ਪਤਾ ਲੱਗਦਾ ਸ਼ਾਮ ਦਾ ਸਮਾਂ ਤੇ ਬੜੇ ਪਿਆਰ ਦੇ ਨਾਲ, ਚਾਵਾਂ ਦੇ ਨਾਲ ਆਪਣਾ ਸਾਰਾ ਪਰਿਵਾਰ ਨਾਲ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਲੈਣ ਵਾਸਤੇ ਆਇਆ ਕਿ ਬੇਨਤੀ ਕੀਤੀ, ਪਾਤਸ਼ਾਹ ਚਲੋ ਆਪਣੇ ਇਸ ਗਰੀਬੜੇ ਦੇ ਦਾਸ ਦੇ ਘਰ ਦੇ ਵਿੱਚ ਜਾ ਕੇ ਵਿਸ਼ਰਾਮ ਕਰੋ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੀਵਨ ਸਾਰੇ ਦਾ ਸਾਰਾ ਸਾਡੇ ਜੀਵਨ ਦੇ ਵਿੱਚੋਂ ਵਹਿਮ ਭਰਮ ਭੁਲੇਖਿਆਂ ਨੂੰ ਤੋੜਨ ਵਾਲਾ। ਹੁਣ ਉਹ ਕੀਰਤੀ ਸਿੱਖ ਹੈ, ਇਤਿਹਾਸ ਦੇ ਵਿੱਚ ਬਾਰ-ਬਾਰ ਜ਼ਿਕਰ ਆਇਆ ਕਿ ਇੱਕ ਕੱਖਾਂ ਦੀ ਕੁੱਲੀ ਬੰਨੀ ਹੋਈ ਹੈ, ਇੱਕ ਕੱਖਾਂ ਦੀ ਕੁੱਲੀ ਬੰਨੀ ਹੋਈ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਪਣੇ ਘਰ ਦੇ ਵਿੱਚ ਰਹਿ ਕੇ ਗਿਆ। ਕੀਰਤੀ ਸਿੱਖ ਆਪਣੀ ਪਤਨੀ ਨੂੰ ਪੁੱਛਦਾ, ਕਹਿੰਦਾ ਘਰ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਕਿੰਨਾ ਕੁ ਅਨਾਜ ਹੈ? ਉਹ ਕਹਿੰਦੀ ਜੇ ਤੇ ਆਪਾਂ ਇਕੱਲੇ ਹੀ ਹੁੰਦੇ ਤੇ ਅੱਜ ਦਾ ਵੀ ਤੇ ਕੱਲ ਦਾ ਵੀ ਡੰਗ ਹੋ ਜਾਣਾ ਸੀ, ਪਰ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਭਾਈ ਮਰਦਾਨਾ ਜੀ ਨੇ ਨਾਲ ਤੇ ਪਤਾ ਨਹੀਂ ਸਤਿਗੁਰਾਂ ਨੇ ਕਿੰਨੇ ਦਿਨ ਰਹਿਣਾ। ਚਲੋ ਜਿੰਨਾ ਕੁ ਘਰ ਦੇ ਵਿੱਚ ਅਨਾਜ ਹੈ ਸੀ, ਸ਼ਾਮ ਦਾ ਪ੍ਰਸ਼ਾਦਾ ਤਿਆਰ ਕੀਤਾ ਗਿਆ। ਧੰਨ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਨੇ ਇਸ ਕੀਰਤੀ ਸਿੰਘ ਦੇ ਘਰ ਦੇ ਵਿੱਚ ਬਹਿ ਕੇ ਬੜੇ ਪਿਆਰ ਦੇ ਨਾਲ ਪ੍ਰਸ਼ਾਦਾ ਛਕਿਆ। ਹੁਣ ਇੱਥੇ ਜੇ ਆਪਾਂ ਆਖੀਏ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹਦੇ ਘਰ ਦੇ ਗਰੀਬੜੇ ਸਿੱਖ ਦੇ ਘਰ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਰਹੇ ਨੇ। ਪਿਛਲੇ ਦੀਵਾਨਾਂ ਦੇ ਵਿੱਚ ਵੀ ਇੱਕ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਮ ਦੇ ਉੱਤੇ ਜਿਹੜੇ ਨਾਮ ਚੱਲ ਰਹੇ ਨੇ, ਕਿ ਅੱਜ ਉਹ ਗੁਰੂ ਨਾਨਕ ਸਾਹਿਬ ਦੀ ਅਵਸਥਾ ਵਿੱਚ ਹੈ ਨੇ। ਪਹਿਲਾਂ ਦੇਖਿਆ ਜਾਂਦਾ ਹੈ ਵੀ ਇਹ ਜਿਹਦੇ ਘਰ ਦੇ ਵਿੱਚ ਪ੍ਰਸ਼ਾਦਾ ਛਕਣਾ ਕਿ ਸਾਡੀ ਮਰਿਆਦਾ ਨੂੰ ਪਾਬੰਦ ਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਗਏ, ਸਤਿਗੁਰਾਂ ਨੇ ਨਹੀਂ ਦੇਖਿਆ ਵੀ ਕਿਹੜੀ ਮਰਿਆਦਾ ਅਪਣਾ ਰਿਹਾ। ਜਿਹਨੇ ਪ੍ਰਸ਼ਾਦਾ ਤਿਆਰ ਕੀਤਾ ਉਹ ਕਿਹੜੀ ਮਰਿਆਦਾ ਅਪਣਾ ਰਿਹਾ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੱਖਾਂ ਦੀ ਕੁੱਲੀ ਬਣਾਈ ਹੋਈ ਹੈ ਤੇ ਰਹਿਣ ਸਹਿਣ ਵੀ ਉਸੇ ਤਰ੍ਹਾਂ ਉੱਥੇ ਦਾ ਹੀ ਹੋਵੇਗਾ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉੱਥੇ ਰਾਤ ਦਾ ਸਮਾਂ ਬਤੀਤ ਕਰਦੇ ਨੇ। ਇੱਕ ਰਾਤ ਰਹਿੰਦੇ ਨੇ ਸਿੱਖ ਦੇ ਘਰ ਦੇ ਵਿੱਚ। ਅੰਮ੍ਰਿਤ ਵੇਲੇ ਉੱਠ ਕੇ ਕਿੱਦਾਂ ਦਾ ਸਥਾਨ ਹੋਵੇਗਾ ਜਿੱਥੇ ਸਤਿਗੁਰਾਂ ਨੇ ਇਸ਼ਨਾਨ ਪਾਣੀ ਕੀਤਾ ਹੋਵੇਗਾ, ਕਿਹੜੇ ਸਥਾਨ ਦੇ ਉੱਤੇ ਬਹਿ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅਕਾਲ ਪੁਰਖ ਦੀ ਯਾਦ ਵਿੱਚ ਜੁੜੇ ਹੋਣਗੇ। ਅੰਮ੍ਰਿਤ ਵੇਲੇ ਉੱਠੇ, ਨਿਤ ਦਾ ਨੇਮ ਨਿਭਾਇਆ, ਪ੍ਰਸ਼ਾਦਾ ਪਾਣੀ ਛਕਿਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੁਰਨ ਲੱਗੇ ਤੇ ਸਾਰਾ ਪਰਿਵਾਰ ਬੜੇ ਚਾਵਾਂ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਗਾਹ ਕਰਨ ਵਾਸਤੇ ਆਇਆ। ਅੱਜ ਸ਼ਹਿਰਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਮਿਲਦੀਆਂ, ਪਿੰਡਾਂ ਦੇ ਵਿੱਚ ਅੱਜ ਵੀ ਕਈਆਂ ਥਾਵਾਂ ਤੇ ਚੱਲ ਰਿਹਾ ਕਿ ਜਦੋਂ ਕੋਈ ਪ੍ਰਾਹੁਣਾ ਆਵੇ ਤੇ ਉਹਨੂੰ ਲੈਣ ਵਾਸਤੇ ਬੜੇ ਚਾਅ ਨਾਲ ਪਰਿਵਾਰ ਅੱਗੇ ਚਲਾ ਜਾਂਦਾ, ਤੇ ਜਦੋਂ ਜਾਣਾ ਹੋਵੇ ਤੇ ਕਿੰਨਾ ਸਮਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਗਾਹ ਕਰਨ ਵਾਸਤੇ ਆਉਂਦੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਤੁਰੇ ਆਏ। ਜਦੋਂ ਵਾਪਸ ਪਰਤੇ ਤੇ ਭਾਈ ਮਰਦਾਨਾ ਜੀ ਕਹਿੰਦੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਪਰਿਵਾਰ ਨੇ, ਇੰਨਾ ਗਰੀਬ ਪਰਿਵਾਰ, ਇਹਨੇ ਬੜੇ ਪਿਆਰ ਦੇ ਨਾਲ ਤੁਹਾਡੀ ਸੇਵਾ ਕੀਤੀ ਹੈ। ਤੁਸੀਂ ਸਾਰੀਆਂ ਥਾਵਾਂ ਤੇ ਬਖਸ਼ਿਸ਼ਾਂ ਕਰਦੇ ਆਏ ਹੋ ਤੇ ਸਿੱਖ ਵਾਸਤੇ ਕੋਈ ਉਪਦੇਸ਼ ਨਹੀਂ ਕੀਤਾ। ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਭਾਈ ਮਰਦਾਨਿਆ ਦੱਸੋ ਕੀ ਕਰਨਾ ਚਾਹੀਦਾ। ਕਹਿੰਦੇ ਸਤਿਗੁਰੂ ਜੀ ਇਹਨਾਂ ਨੇ ਸਾਨੂੰ ਮਿੱਟੀ ਦੇ ਭਾਂਡਿਆਂ ਦੇ ਵਿੱਚ ਪ੍ਰਸ਼ਾਦਾ ਛਕਾਇਆ, ਮੈਨੂੰ ਨਹੀਂ ਲੱਗਦਾ ਇਹਨਾਂ ਦੇ ਘਰ ਬਰਤਨ ਵੀ ਹੋਣਗੇ, ਤੇ ਮਿੱਟੀ ਦੇ ਬਰਤਨਾਂ ਦੇ ਵਿੱਚ ਪ੍ਰਸ਼ਾਦਾ ਛਕਣ ਵਾਲਾ ਪਰਿਵਾਰ ਨਹੀਂ, ਬੜਾ ਕੀਰਤੀ ਪਰਿਵਾਰ ਤੇ ਸੱਚੇ ਸੁੱਚੇ ਮਨ ਵਾਲਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਭਾਈ ਮਰਦਾਨਿਆ ਹੱਥ ਦੇ ਵਿੱਚ ਸਤਿਗੁਰੂ ਜੀ ਆਪਣੇ ਡੰਡਾ ਰੱਖਦੇ ਨੇ। ਭਾਈ ਗੁਰਦਾਸ ਦੀਆਂ ਵਾਰਾਂ ਤੋਂ ਸਾਨੂੰ ਸਮਝ ਲੱਗਦੀ ਹੈ, ਆਸਾ ਹੱਥ ਕਿਤਾਬ ਕਸ਼। ਆਪਣੇ ਕੋਲ ਡੰਡਾ ਫੜਾਇਆ, ਕਹਿੰਦੇ ਭਾਈ ਮਰਦਾਨਿਆ ਸਾਰੇ ਜਾ ਕੇ ਇਹਦੇ ਮਿੱਟੀ ਦੇ ਬਰਤਨ ਜਿਹੜੇ ਨੇ ਭਾਲਿਆ, ਤੋੜਿਆ, ਇਹ ਵਾਕਈ ਮਿੱਟੀ ਦੇ ਬਰਤਨਾਂ ਵਿੱਚ ਪ੍ਰਸ਼ਾਦਾ ਛਕਣ ਦੇ ਲਾਇਕ ਨੇ। ਭਾਈ ਮਰਦਾਨਾ ਜੀ ਕਹਿੰਦੇ, ਪਾਤਸ਼ਾਹ ਇੱਕ ਦਿਨ ਪ੍ਰਸ਼ਾਦਾ ਛਕਾਇਆ ਹੈ ਤੇ ਮਿੱਟੀ ਦੇ ਬਰਤਨ ਵੀ ਢਾਹ ਦਿੱਤੇ ਤੇ ਪਤਾ ਨਹੀਂ ਉਹਨਾਂ ਦੇ ਕੋਲ ਕੋਈ ਹੋਵੇ ਜਾਂ ਨਾ ਹੋਵੇ। ਖੈਰ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਸਾਰੇ ਉਹਨਾਂ ਦੇ ਬਰਤਨ ਢਾਹ ਦਿੱਤੇ।
कहते भाई मरदानिया होर कुछ कहते सतगुरु जी कृपा करो असीं ते बर्तन भी तोड़ दिते ने हुण इन्हां दी कक्खां दी झुग्गी विच रह रहे ने कोई रहमत करो इन्हां दा घर ही चंगा बन जाए। सतगुरु जी कहते भाई मरदानिया जिद्दां घरां दे विच पहिलां अग दे सिलसिले नहीं सी हुंदे ते अग तखावी ला दिंदे हुंदियां सन बीबियां तखावी अग ला दिंदियां हुंदियां सन भी उत्थों अग लैके फिर अग बाल लैनी 24 घंटे अग धुखदी रहिंदी हुंदी सी। गुरु नानक साहब महाराज जी कहते भाई मरदानिया सामने अग धुखदी पई है ना उथों अग लैके इन्हां दी झुग्गी नूं अग लाया इन्हां दी झुग्गी भी अग ला के साड़ दे। भाई मरदाना जी कहते सतगुरु जी तरस करना चाहिए कुछ जिहड़ी कक्खां दी झुग्गी विच विचारे रह रहे ने तुसीं वो भी साड़न वास्ते कह रहे हो। गुरु नानक साहब महाराज जी कहते भाई मरदानिया साड़ दे। भाई मरदाना जी ने जाके कक्खां दी झुग्गी नूं अग ला के साड़ दी। गुरु नानक साहब महाराज जी इथों चलन लगे तो परिवार ने आके गुरु साहब के चरणों के विच सीस नवाया। परिवार ने की किया कच्चा घर बनाने वास्ते कहा जाता है कि इस स्थान के उत्ते एक टिब्बा सी वो टिब्बे नूं जदों पुटिया ते पुरातन समयां दे इत्थे किसे राजे दीयां धन दौलतां सन वो धन दौलतां जिहड़ियां उन्हां नूं इस स्थान तो प्राप्त होईयां लंबे समय तो बाद गुरु नानक साहब जी उपदेश करके गए सन कि भाई इत्थे घर बना के अपना इत्थे लंगर की प्रथा चलानी। उन्होंने घर बना के ते लंगर की प्रथा चलाई। लंबे समय तो बाद जदों गुरु नानक साहब महाराज जी करतारपुर नगर वसाया ना पता लग्या कि गुरु नानक साहब महाराज जी नगर वसा रहे ने ये गुरु का प्यारा सिख करतारपुर साहब की धरती के उत्ते जाके पहुंचता है वड्डियां दातां लैके पर कोई गरीबी पहरावे दे विच गया। भाई मरदाना जी ने दूरों देख लिया कि आके मिलिया कीर्ति सिख नूं कहंदा सिखा हुण तेरे जीवन की कैसी हालत सी तेरा घर भी साड़ आए तेरे भांडे भी तोड़ आए सी। तो सिख कहंदा गुरु नानक साहब की ऐसी कृपा हुई असीं उत्ते घर बना लगिया एडा वड्डा खजाना मिलिया अज घर बार बहुत वड्डा है असीं गुरु साहब जी का स्थान बना के नेता प्रति उत्थे लंगर चलदा है क्या मेरे को धन दौलतां बचियां सी मैं गुरु साहब के चरणों में भेंट करना आया कि करतारपुर नगर दे विच मेरा हिस्सा है मैं सेवा पाउण वास्ते। खैर गुरु नानक साहब महाराज जी सोनीपत की धरती तो चलदे हुए पानीपत की धरती से भी गुरु साहब जी का स्थान है। आप जी देखते हो रोड के उत्ते बिल्कुल गुरुद्वारा मंजी साहब इत्थे सतगुरां ने अपने चरण पाए। करनाल की धरती के उत्ते मंजी साहब गुरुद्वारा इत्थे एक कलंदर रहिंदा सी। सारा इलाका जिहड़ा सी करनाल पानीपत का उहदे अंडर सी। वो दीवार के उत्ते सवारी करिया करदा सी रिद्धियां सिद्धियां दा मालक सी बड़ा। वो पानीपत करनाल के सारे इलाके दे विच किसी नूं हुक्म नहीं सी कि कोई मंजी डाह के अपने घर दे विच बह सकदा। आ जिहड़े दो गुरुद्वारा साहब का नाम मंजी साहब है गुरु नानक साहब की याद में दोनों गुरुद्वारा साहब है। गुरु नानक साहब महाराज जी ने इन्हां इलाकिਆਂ ਦੇ ਵਿੱਚ आके इन्हां स्थानां ਦੇ ਉੱਤੇ मंजी डाही लोगों ने मनां ਦੇ ਵਿੱਚੋਂ ਵਹਿਮ ਕੱਢਿਆ भाई हर किसी ਨੂੰ हक है कि वह मंजे उत्ते ਬਹਿ सकता है मंजे उत्ते सौ सकता है। ਇਹਦਾ नाम है कलंदर। सारे लोग कहते बादशाह एक कलंदर बड़ा ताकतवर है बड़िया रिद्धियां सिद्धियां ने ये कोल बहुत बड़े बड़े नुकसान कर देता है। वो करनाल तो 5-7 किलोमीटर पूरा नेवल अज भी नगर है नेवल ते नेवल तो अगे थोड़ा जा जाइए तो एक खेड़ा पिंड है वो समाध अज भी उत्थे बनी हुई है तुसीं जाके दर्शन कर सकते हो देख सकते हो। उन्होंने पता लग्या कि मेरे स्थान पर आके किसी ने मंजी डाही है तो मंजी डाह के बह गया। वो जेड़े पासे में जाता सी दीवार के उत्ते बह के जिदा घोड़ा चलता दीवार का चलती सी। वो जदों बड़े क्रोध के नाल गुरु नानक साहब महाराज जी के वल नूं वधदा है तो करनाल तो 4 किलोमीटर पिंड आ पक्का खेड़ा शायद नाम है पिंड का ते गुरु नानक साहब महाराज जी ने कृपा की उसकी दीवार उत्थे आके रुक गई। उन्हें बड़े यतन किए रिद्धियां सिद्धियां दे नाल बड़ा कुछ किया
पर वो दीवार उत्थे दी उत्थे रह गई, उत्थे उसकी अज समाध बनी है तो उत्थे ही उसका अस्थान बनया होया। इथों पैदल तुर के 3-4 किलोमीटर का पैंडा पैदल तुर के तय किया तो गुरु नानक साहब महाराज जी के कोल जाके बड़ा क्रोध दिखाया, पर उसकी कोई ताकत ना चली। आखिर में गुरु साहब के चरणों में पकड़ के बह गया, पातशाह रहमत करो, मैनू भी सच का उपदेश बख्शिश करो। हुण गुरु नानक साहब महाराज जी ने सच का उपदेश बख्शी करके कुरुक्षेत्र की धरती के उत्ते पहुँचते हैं। उस वेले कहा जाता है कि इस स्थान के उत्ते सूरज ग्रहण लग्या होया सी ते वो सारे के सारे कर्म कांड जिहड़े सन कीते जा रहे हैं। इस स्थान के उत्ते धन गुरु नानक साहब महाराज जी को एक सुनेहा मिलता आके, जिहड़ा राय भोए की तलवंडी तो राय बुलार ने सुनेहा भेजिया। सुनेहा लैके आने वाला धन गुरु नानक साहब महाराज जी का चाचा भाई लालू इतिहास में नाम है। आके गुरु नानक साहब महाराज जी की गुरु साहब जी को कुरुक्षेत्र की धरती के उत्ते आके मिले तो बेनती की, कह लगे पातशाह राय बुलार बहुत बजुर्ग अवस्था का हो चुका है, केवल इस शरीर रूपी पिंजरे में तुहाडी उड़ीक करके बैठा होया है। ये गुरु नानक साहब महाराज जी ने कहा असीं कुछ ही दिनों के विच राय बुलार को आके मिलांगे, जिन्नी देर तक असीं पहुँचते नहीं राय बुलार को कुछ नहीं होंदा उन्नी देर तक। गुरु नानक साहब महाराज जी ने इत्थे कृपा की, उन्होंने सच समझाया। इतिहास के विच ये जिक्र आया जिहड़ा सतगुरां ने शब्द बख्शी कीता ना पावन बाणी के अंदर, मास मास कर मूर्ख झगड़े, ये शब्द कुरुक्षेत्र की धरती के उत्ते गुरु नानक साहब महाराज जी ने बख्शिश किया होया। इतिहास कहता है कि एक राजे का सपुत्र ते एक रानी गुरु नानक साहब महाराज जी के चरणों में आउंदे ने। कुरुक्षेत्र की धरती के उत्ते धक्के ठेडे खांदे राज भाग सारा कुछ हार के ते गुरु नानक साहब महाराज जी को साधु रूप के बैठिया दे के आके नमस्कार की, अपने मन का हाल दसिया कि पातशाह राज भाग सारा कुछ हार के ते बिल्कुल खाली हो के बेघर हो के निकले तुरे फिरते हैं। तो गुरु नानक साहब महाराज जी ने कृपा करनी सी। इत्थे भी एक वहम भरम भुलेखा सी। अज भी तुसीं देखो कि जदों ग्रहण लग्या हुंदा ते बहुते लोग अपने घर में अग्नि बालदे, प्रशादा नहीं बनाते ते ना ही कुछ प्रशादा छकते हैं। गुरु नानक साहब महाराज जी ने कृपा की, इस राजे ने सपुत्र को कहा तू जग करा, अज ही तेरा राज भाग तेन दोबारा प्राप्त हो जाएगा। कहता पातशाह कोल कोई भी चीज़ नहीं, सतगुरु जी कहते राजपुत्र है, एडे बड़े बड़े जंगल ने कुछ भी शिकार करके लैके आ, तो जिक्र है इतिहास के एक हिरन मार के लैके आया। तो गुरु नानक साहब महाराज जी ने कृपा की, अग बाल के वो रिन्हिया जो रिन्हिया जा रहा सी, पंडितों को पता लग्या बड़ी वड्डी गिनती में गुरु नानक साहब महाराज जी के चर्चा करने वास्ते आए कि तुसीं कमाल करती, साडी धरती जिहड़ी सी वो भ्रिष्ट कर दी है, असीं ते आम प्रशादा छकना बंद किया होया। ते गुरु नानक साहब महाराज जी ने कृपा की कि सूरज ग्रहण के समय तुसीं लोकां कोलों दान लै के अपने कोल रख दिओ ते लोकां नूं कहिंदे भी हुण तुसीं दान कर दिता, हुण तुहाडी जिंदगी विच कोई विघन नहीं होंदा। गुरु नानक साहब महाराज जी कहते जे उन्हां दी जिंदगी विच विघन है तो तुहाडी जिंदगी विच विघन क्यों नहीं होंदा? जिहड़े दान लैण वाले उन्हां दी जिंदगी विच रुकावटां सी, उन्हां ने तुहानूं दान दिता, तुहाडी जिंदगी विच क्यों नहीं रुकावटां आउंदियां? तुसीं ये वहम भुलेखे दुनिया नूं पा के केवल दुनिया नूं ठगण दा काम करदे। इत्थों गुरु नानक साहब महाराज जी कोहेरे की धरती ते जाके पहुंचते हैं। इस स्थान पर जाके गुरु नानक साहब महाराज जी ने देखा बहुत बड़े कर्म कांड किए जा रहे सी। इतिहास कहता इत्थे जिदा कि पिछले समय के अंदर झांक मारीए बीबियां ने सोना जिहड़ा सियाम पाया हुंदा सी, कन्नां विच बड़ियां वड्डियां वड्डियां वालियां पाईयां हुंदियां सी। एक बीबी इशनान करन गई इस तलाब दे विच ते ओहदे कंन दी वाली डिग पई। वाली डिगी तो वो जदों अपने वस्त्र संभालन लगी, पता लग्या वाली डिग पई है। कुछ दिनों तो बाद वो वाली लभी तो लोगों के पैरों थले आके वो
ਵਾਲੀ ਕੁਝ ਚੌੜੀ ਵੱਡੀ ਹੋ ਚੁੱਕੀ ਸੀ। ਪੈਰਾਂ ਥੱਲੇ ਆ ਕੇ ਵਾਲੀ ਜਿਹੜੀ ਸੀ ਚੌੜੀ ਹੋ ਚੁੱਕੀ ਸੀ। ਤੇ ਉਹਨਾਂ ਪੰਡਤਾਂ ਨੇ ਲਿਆ ਕੇ ਵਾਲੀ ਦੁਨੀਆ ਨੂੰ ਦਿਖਾਈ। ਕਹਿੰਦੇ ਆ ਦੇਖੋ ਅਜੇ ਕੁਝ ਹੀ ਦਿਨ ਦੀ ਗੱਲ ਹੈ, ਇੱਕ ਬੀਬੀ ਨੇ ਵਾਲੀ ਇੱਥੇ ਸੁੱਟ ਦਿੱਤੀ ਸੀ, ਉਹਦਾ ਕੀਤਾ ਹੋਇਆ ਦਾਨ ਇੰਨਾ ਪ੍ਰਫੁੱਲਤ ਹੋਇਆ ਇਹ ਛੋਟੀ ਜਿਹੀ ਵਾਲੀ ਤੋਂ ਇੰਨੀ ਵੱਡੀ ਵਾਲੀ ਬਣ ਗਈ ਹੈ। ਹੁਣ ਲੋਕਾਂ ਨੂੰ ਇਹ ਭੁਲੇਖੇ 'ਚ ਪਾ ਰਹੇ ਸੀ ਕਿ ਇੱਥੇ ਕੀਤਾ ਹੋਇਆ ਦਾਨ ਜਿਹੜਾ ਬੜੀ ਛੇਤੀ ਦੇ ਨਾਲ ਵੱਧਦਾ ਫੁੱਲਦਾ। ਤੇ ਲੋਕ ਜਿਹੜੇ ਸਨ ਉਹ ਧੜਾ ਧੜ ਆਪਣੇ ਕੋਲੋਂ ਕੀਮਤੀ ਚੀਜ਼ਾਂ ਦਾਨ ਦੇ ਵਿੱਚ ਦੇ ਰਹੇ ਸਨ। ਵੀ ਇੱਥੇ ਦਾਨ ਬੜਾ ਦਿੱਤਾ ਹੋਇਆ ਦਾਨ ਵੱਧਦਾ ਫੁੱਲਦਾ ਬੜਾ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਇੱਥੇ ਪਹੁੰਚੇ, ਸਾਰਾ ਕੁਝ ਜਾ ਕੇ ਦੇਖਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾਲ ਪੰਡਤਾਂ ਦੇ ਨਾਲ ਵਿਚਾਰ ਕਰਨ ਲੱਗੇ। ਸਤਿਗੁਰੂ ਜੀ ਕਹਿੰਦੇ ਭਲਿਓ, ਜੇ ਇਸ ਸਥਾਨ ਦੇ ਉੱਤੇ ਦਿੱਤਾ ਹੋਇਆ ਦਾਨ ਵੱਧਦਾ ਹੈ, ਕੀਤੇ ਹੋਏ ਪੁੰਨ ਦੇ ਕਰਮ ਵੱਧਦੇ ਨੇ, ਤੇ ਫਿਰ ਪਾਪ ਵੀ ਉਨੇ ਹੀ ਵੱਧਦੇ ਹੋਣਗੇ। ਤੇ ਇਦਾਂ ਦੀ ਧਰਤੀ ਤੇ ਕੋਈ ਨਹੀਂ ਜਿਹਦੇ ਧਰਤੀ ਦੇ ਵਿੱਚ ਜਿਹੜਾ ਵੀ ਬੀਜ ਪਾਈਏ, ਧਰਤੀ ਤਾਂ ਸਾਰਿਆਂ ਨੂੰ ਪ੍ਰਫੁੱਲਿਤ ਕਰਦੀ ਹੈ। ਜੇ ਇੱਥੇ ਕੀਤੇ ਹੋਏ ਪੁੰਨ ਵੱਧਦੇ ਨੇ ਤੇ ਇੱਥੇ ਕੀਤੇ ਹੋਏ ਪਾਪ ਵੀ ਬੜੇ ਵੱਧਦੇ ਹੋਣਗੇ। ਉਹ ਕਹਿੰਦੇ ਬਿਲਕੁਲ ਪਾਪ ਵੀ ਕੀਤੇ ਵੱਧਦੇ ਨੇ। ਜਿਹੜਾ ਇੱਥੇ ਪਾਪ ਕਰਦਾ ਹੈ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਤੁਹਾਡੇ ਤੋਂ ਵੱਡਾ ਪਾਪੀ ਕਿਹੜਾ, ਤੁਹਾਡੇ ਤੋਂ ਵੱਡਾ ਪਾਪ ਕਿਹੜਾ ਕਰ ਰਿਹਾ। ਆਹ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੂਰਮਤਾਈ। ਤੁਹਾਡੇ ਤੋਂ ਵੱਡਾ ਪਾਪੀ ਕਿਹੜਾ ਹੋ ਸਕਦਾ। ਤੁਸੀਂ ਧੋਖੇ ਦੇ ਵਿੱਚ ਲੋਕਾਂ ਨੂੰ ਰੱਖ ਕੇ ਉਹਨਾਂ ਦੇ ਕੋਲੋਂ ਵੱਡਾ ਦਾਨ ਲੈ ਕੇ ਆਪਣੇ ਘਰ-ਬਾਰ ਚਲਾ ਰਹੇ ਹੋ। ਲੋਕਾਂ ਦੇ ਧਨ ਦੇ ਨਾਲ ਤੁਸੀਂ ਆਪਣਾ ਪਰਿਵਾਰ ਪਾਲ ਰਹੇ ਹੋ। ਇਹ ਤੋਂ ਵੱਡਾ ਪਾਪ ਕਿਹੜਾ ਹੋ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ। ਰਹਿਮਤ ਇਹ ਸੀ ਗੁਰੂ ਨਾਨਕ ਸਾਹਿਬ ਦੀ, ਜਿੱਥੇ ਵੀ ਸਤਿਗੁਰੂ ਜੀ ਬਚਨ ਕਰਦੇ ਨੇ ਨਾ, ਉਹਨਾਂ ਨੂੰ ਮੰਨਣੇ ਪੈਂਦੇ, ਕਿਉਂਕਿ ਉਹਨਾਂ ਨੂੰ ਹਰ ਇੱਕ ਮਨੁੱਖ ਨੂੰ ਆਪਣੀ ਸਮਝ ਹੈ ਕਿ ਜੋ ਕੁਝ ਮੈਂ ਦੁਨੀਆ ਦੇ ਅੰਦਰ ਕਰ ਰਿਹਾ ਉਹਦਾ ਮੈਨੂੰ ਕੀ ਲਾਭ ਪ੍ਰਾਪਤ ਹੋਣਾ ਹੈ। ਜਿਹੜੇ ਮੈਂ ਕਰਮ ਕਰ ਰਿਹਾ ਬਾਹਰੀ ਤੌਰ ਤੇ ਕਰ ਰਿਹਾ ਕਿ ਮਨ ਕਰਕੇ ਕਰ ਰਿਹਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ। ਇਹਨਾਂ ਦੇ ਮਨ ਵਿੱਚੋਂ ਹੰਕਾਰ ਕਰਮ ਕਾਂਡ ਤਿਆਗ ਕੇ ਇਹਨਾਂ ਨੂੰ ਸੱਚ ਦਾ ਉਪਦੇਸ਼ ਬਖਸ਼ੀ ਕੀਤਾ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਚੱਲਦਿਆਂ ਰਾਏ ਭੋਏ ਦੀ ਤਲਵੰਡੀ ਜਾ ਕੇ ਪਹੁੰਚਦੇ, ਰਾਹ ਦੇ ਵਿੱਚ ਵਿਸ਼ਰਾਮ ਕਰਦਿਆਂ ਹੋਇਆਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਡੀਕ ਦੇ ਵਿੱਚ ਰਾਏ ਬੁਲਾਰ ਬੈਠਾ ਹੈ। ਬਜ਼ੁਰਗ ਅਵਸਥਾ ਹੋਈ ਪਈ ਹੈ। ਮਨ ਦੇ ਅੰਦਰ ਭਰੋਸਾ ਇੰਨਾ ਹੈ, ਹਰ ਰੋਜ਼ ਰਾਤ ਨੂੰ ਬਾਹਰ ਵਾਲਾ ਦਰਵਾਜ਼ਾ ਨਹੀਂ ਬੰਦ ਕਰਨ ਦਿੰਦਾ। ਘਰ ਪਰਿਵਾਰ ਦੇ ਧੀਆਂ ਪੁੱਤਰ ਪੋਤਰੇ ਪੋਤਰੀਆਂ ਸਾਰੇ ਕਹਿੰਦੇ ਬਾਪੂ ਤੂੰ ਬਜ਼ੁਰਗ ਹੋ ਗਿਆ, ਤੇਰਾ ਦਿਮਾਗ ਟਿਕਾਣੇ ਤੇ ਨਹੀਂ। ਹੁਣ ਕੋਈ ਰਾਤ ਨੂੰ ਕੋਈ ਆ ਕੇ ਚੋਰ ਚੋਰੀ ਕਰਕੇ ਜਾ ਸਕਦਾ ਹੈ, ਤੂੰ ਕਿਹੜੀ ਉਡੀਕ ਦੇ ਵਿੱਚ ਬੈਠਾ ਹੈ। ਕਈ ਦਿਨ ਬਤੀਤ ਹੋ ਗਏ। ਅੱਜ ਜਿਹੜਾ ਅਖੀਰ ਵਾਲਾ ਦਿਨ ਸੀ ਨਾ, ਘਰਦਿਆਂ ਨੇ ਬੜੇ ਗੁੱਸੇ ਦੇ ਨਾਲ ਕਿਹਾ ਵੀ ਅੱਜ ਅਸੀਂ ਦਰਵਾਜ਼ਾ ਬੰਦ ਕਰਾਂਗੇ। ਰਾਏ ਬੁਲਾਰ ਕਹਿੰਦਾ ਅੱਜ ਦੀ ਰਾਤ ਦਰਵਾਜ਼ਾ ਖੁੱਲਾ ਰਹਿਣ ਦਿਓ। ਜੇ ਅੱਜ ਦੀ ਰਾਤ ਨਿਕਲ ਗਈ ਤੇ ਕੱਲ ਨੂੰ ਤੁਸੀਂ ਦਰਵਾਜ਼ਿਆਂ ਨੂੰ ਭਾਵੇਂ ਜਿੱਦਾਂ ਮਰਜ਼ੀ ਬੰਦ ਕਰ ਲਿਓ, ਕੇਵਲ ਅੱਜ ਦੀ ਰਾਤ ਰਹਿਣ ਦਿਓ। ਉਹ ਰਾਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪੈਂਡਾ ਤੈਅ ਕਰਦੇ ਹੋਏ ਇਤਿਹਾਸ ਕਹਿੰਦਾ ਅੰਮ੍ਰਿਤ ਵੇਲੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਹੁੰਚੇ, ਧੀਆਂ ਪੁੱਤਰਾਂ ਤੋਂ ਤੰਗ ਹੋਇਆ ਬੈਠਾ ਰਾਏ ਬੁਲਾਰ। ਜ਼ਿੰਦਗੀ ਦੇ ਵਿੱਚ ਕਦੇ ਵਿਚਾਰ ਕੇ ਦੇਖਿਓ, ਜਿਹੜੇ ਬਾਹਰੀ ਦੁਨਿਆਵੀ ਫਲ ਨੇ ਨਾ, ਫਲ ਕੱਚੇ ਹੋਣ ਤੇ ਸਵਾਦਲੇ ਨਹੀਂ ਹੁੰਦੇ, ਜਦੋਂ ਪੱਕ ਜਾਣ ਤੇ ਸਵਾਦਲੇ ਹੁੰਦੇ। ਪਰ ਮਨੁੱਖਾ ਜੀਵਨ ਇੱਕ ਐਸਾ ਫਲ ਹੈ ਜਦੋਂ ਕੱਚਾ ਹੋਵੇ ਤੇ ਬੜਾ ਪਿਆਰਾ ਹੁੰਦਾ, ਬੜਾ ਮਿੱਠਾ ਹੁੰਦਾ। ਬੱਚਾ ਘਰ ਵਿੱਚ ਹੋਵੇ ਛੋਟਾ ਜਿਹਾ, ਸਾਰਾ ਪਰਿਵਾਰ ਕਿੰਨਾ ਪਿਆਰ ਕਰਦਾ ਹੈ। ਦੂਜਿਆਂ ਦੇ ਬੱਚਿਆਂ ਨੂੰ ਵੀ ਆਪਾਂ ਚੁੱਕ ਕੇ ਆਪਣੇ ਸੀਨੇ ਨਾਲ ਲਾਉਂਦੇ ਹਾਂ। ਬੱਚੇ ਪਿਆਰੇ ਲੱਗਦੇ ਨੇ, ਉਹਨਾਂ ਦੀ ਬੋਲਬਾਣੀ ਕਿੰਨੀ ਮਿੱਠੀ ਲੱਗਦੀ ਹੈ। ਪਰ ਜਦੋਂ ਇਹ ਫਲ ਪੱਕ ਜਾਂਦੇ ਨੇ ਉਦੋਂ ਕੌੜੇ ਹੋ ਜਾਂਦੇ ਨੇ ਯਾਰ। ਹੁਣ ਧੀਆਂ ਪੁੱਤਰ ਜਿਹੜੇ ਨੇ ਉਹ ਵੀ ਨਹੀਂ ਰਾਏ ਬੁਲਾਰ ਨੂੰ ਬਾਪੂ ਨੂੰ ਲਾਗੇ ਆਉਂਦੇ ਤੇ ਵੀ ਬਾਪੂ ਤੂੰ ਪਰਾਂ ਹੀ ਰਿਹਾ ਕਰ, ਤੇਰੇ ਦਿਮਾਗ ਦੇ ਵਿੱਚ ਫਰਕ ਪੈ ਗਿਆ, ਤੂੰ ਰਾਤ ਨੂੰ ਦਰਵਾਜ਼ਾ ਨਹੀਂ ਬੰਦ ਕਰਨ ਦਿੰਦਾ। ਫਿਰ ਬਾਪੂਆਂ ਦੇ ਵਾਸਤੇ ਇੱਕ ਵੱਖਰਾ ਹੀ ਕਮਰਾ, ਉਹ ਵੀ ਕੋਈ ਭਾਗਾ ਵਾਲਾ ਜਿਹੜਾ ਆਪਣੇ ਘਰ ਵਿੱਚ ਰੱਖ ਦੇਵੇ। ਬਾਪੂ ਨੇ ਕਿਹਾ ਆਸ਼ਰਮ ਦੇਖੋ ਜਾ ਕੇ ਕਿੱਦਾਂ ਭਰੇ ਪਏ।
ਰਾਏ ਬਲਾਰ ਕਹਿੰਦਾ ਅੱਜ ਦੀ ਰਾਤ ਮੈਨੂੰ ਕੱਢ ਲੈਣ ਦਿਓ, ਕੱਲ ਨੂੰ ਦਰਵਾਜ਼ਾ ਬੰਦ ਕਰ ਦਿਓ। ਅੰਮ੍ਰਿਤ ਵੇਲਾ ਹੋਇਆ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਰਾਏ ਬਲਾਰ ਦੇ ਘਰ ਦੇ ਵਿੱਚ ਪਹੁੰਚੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਿਚਾਰ ਕੇ ਦੇਖੋ ਰਾਏ ਬਲਾਰ ਦੀ ਪ੍ਰੀਤ ਕਿਸ ਤਰ੍ਹਾਂ ਦੀ ਹੋਵੇਗੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ। ਸਾਰੀ ਦੁਨੀਆ ਵੱਡੇ ਵੱਡੇ ਧਾਰਮਿਕ ਵਰਗ ਦੇ ਲੋਕ ਕੌਡੇ ਰਾਕਸ਼ ਵਰਗੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਝੁਕ ਗਏ। ਰਾਜੇ ਸ਼ਿਵ ਨਾਭ ਵਰਗਿਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਪਕੜ ਲਏ। ਅੱਜ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਰਾਏ ਬਲਾਰ ਦੇ ਕੋਲ ਆਏ, ਵਾਅਦਾ ਕਰਕੇ ਗਏ ਸਨ, ਰਾਏ ਜੀ ਜਦੋਂ ਤੁਹਾਡਾ ਅਖੀਰ ਵਾਲਾ ਸਮਾਂ ਆਏਗਾ ਨਾ, ਜਿਹੜੀ ਤੁਹਾਡੇ ਮਨ ਦੀ ਭਾਵਨਾ ਹੈ ਕਿ ਮੇਰੀ ਗੋਦ ਵਿੱਚ ਤੇਰਾ ਸਿਰ ਹੋਵੇ, ਇਹ ਅਵਸਥਾ ਤੇਰੀ ਕੋਈ ਹੋਵੇਗੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਏ ਤੇ ਪੈਰਾਂ ਵਾਲੇ ਪਾਸੇ ਖਲੋ ਕੇ ਰਾਏ ਬਲਾਰ ਦੇ ਪੈਰ ਫੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਘੁੱਟਣ ਲੱਗ ਪਏ। ਰਾਏ ਬਲਾਰ ਨੂੰ ਅੱਖਾਂ ਤੋਂ ਵੀ ਦਿਖਾਈ ਨਹੀਂ ਦਿੰਦਾ, ਇਤਨੀ ਬਜ਼ੁਰਗ ਅਵਸਥਾ ਹੋ ਚੁੱਕੀ ਹੈ। ਉਹਨੇ ਸੋਚਿਆ ਮੇਰਾ ਨੌਕਰ ਹੈ ਤੇ ਆਪਣੇ ਨੌਕਰ ਨੂੰ ਕਹਿੰਦਾ ਮੈਂ ਤੈਨੂੰ ਕਿੰਨੀ ਵਾਰੀ ਆਖਿਆ ਹੈ ਮੇਰੇ ਪੈਰਾਂ ਨੂੰ ਹੱਥ ਨਾ ਲਾਇਆ ਕਰ, ਤੂੰ ਮੇਰੇ ਧੀਆਂ ਪੁੱਤਰਾਂ ਤੋਂ ਵੀ ਚੰਗਾ ਜਿਹੜਾ ਮੇਰੀ ਸੰਭਾਲ ਕਰਦਾ ਹੈ। ਤੈਨੂੰ ਕਿੰਨੀ ਵਾਰੀ ਕਿਹਾ ਮੇਰੇ ਪੈਰਾਂ ਨੂੰ ਹੱਥ ਨਾ ਲਾਇਆ ਕਰ। ਨੌਕਰ ਕਹਿੰਦਾ ਰਾਏ ਜੀ ਅੱਜ ਮੈਂ ਨਹੀਂ, ਜਿਨ੍ਹਾਂ ਦੀ ਉਡੀਕ ਦੇ ਵਿੱਚ ਤੁਸੀਂ ਲੰਬੇ ਸਮੇਂ ਤੋਂ ਬੈਠੇ ਹੋ, ਦਰਵਾਜ਼ੇ ਵੀ ਨਹੀਂ ਬੰਦ ਕਰਨ ਦਿੰਦੇ, ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਜ ਆ ਗਏ। ਉੱਠਿਆ ਨਹੀਂ ਸੀ ਜਾਂਦਾ, ਬਾਹਾਂ ਚੁੱਕੀਆਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਰੋ ਰੋ ਕੇ ਪੁਕਾਰਿਆ, ਪਾਤਸ਼ਾਹ ਮੈਨੂੰ ਆਪਣੇ ਸੀਨੇ ਨਾਲ ਲਾ ਲੈ, ਅਖੀਰ ਵਾਲਾ ਵਕਤ ਹੈ ਮੇਰਾ, ਮੇਰੇ ਪੈਰ ਘੁੱਟ ਕੇ ਕਿਤੇ ਮੈਨੂੰ ਦੋਜ਼ਖ ਵਿੱਚ ਨਾ ਪਾ ਦੇ, ਮੇਰੇ ਤੇ ਰਹਿਮਤ ਕਰ, ਮੈਨੂੰ ਆਪਣੇ ਸੀਨੇ ਨਾਲ ਲਾ ਲੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਹੱਥ ਥੱਲੋਂ ਪਾ ਕੇ ਚੁੱਕ ਕੇ ਆਪਣੀ ਗੋਦ ਦੇ ਵਿੱਚ ਘੁੱਟ ਕੇ ਗਲ ਬੱਕੜੀ ਦੇ ਵਿੱਚ ਲਿਆ। ਰਾਏ ਬਲਾਰ ਦਾ ਸੀਨਾ ਚੁੰਮਿਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ। ਰਾਏ ਨੇ ਬਚਨ ਕੀਤੇ ਸਨ, ਜਾਣ ਲੱਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾਲ, ਪਾਤਸ਼ਾਹ ਜਿੱਦਣ ਦਾ ਤੇਰੇ ਦਰਸ਼ਨ ਕਰ ਲਏ ਨੇ ਨਾ, ਮੈਂ ਨਵਾਜ਼ਾਂ ਭੁੱਲ ਗਿਆ, ਮੈਂ ਮਸੀਤਾਂ ਭੁੱਲ ਗਿਆ, ਮੇਰੇ ਹਿਰਦੇ ਦੇ ਅੰਦਰ ਕੇਵਲ ਤੇ ਕੇਵਲ ਇੱਕੋ ਇੱਕ ਤੇਰੀ ਤਸਵੀਰ ਵਸ ਗਈ ਏ। ਤੇ ਹੁਣ ਇਹ ਨਾ ਹੋਵੇ ਕਿ ਜਦੋਂ ਮੇਰਾ ਅੰਤ ਸਮਾਂ ਆਏ ਤੇ ਮੈਂ ਤੇਰੇ ਦਰਸ਼ਨਾਂ ਤੋਂ ਵਾਂਝਾ ਹੀ ਚਲਾ ਜਾਵਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਘੁੱਟ ਕੇ ਜਦੋਂ ਸੀਨੇ ਨਾਲ ਲਾਇਆ, ਇੱਥੇ ਇਹ ਸਰੀਰ ਪਿੰਜਰੇ ਦੇ ਵਿੱਚੋਂ ਸਵਾਸ ਜਿਹੜੇ ਸਨ ਖਤਮ ਹੋ ਗਏ ਤੇ ਗੁਰੂ ਸਾਹਿਬ ਜੀ ਦੀਆਂ ਪਵਿੱਤਰ ਬਾਹਾਂ ਦੇ ਵਿੱਚ ਰਾਏ ਬਲਾਰ ਨੇ ਸਵਾਸ ਤਿਆਗ ਦਿੱਤੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਹਿਲੀ ਉਦਾਸੀ ਕਰਕੇ 8.25 ਸਾਲ ਦਾ ਸਮਾਂ, 8.25 ਸਾਲ ਦਾ ਸਮਾਂ, ਪਹਿਲੀ ਉਦਾਸੀ 8.25 ਸਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਹੜੀਆਂ ਕਿਹੜੀਆਂ ਥਾਵਾਂ ਉੱਤੇ ਗਏ, ਆਪਾਂ ਸਾਰਾ ਪਿੱਛੇ ਵਿਚਾਰਿਆ। ਥਾਵਾਂ ਬਹੁਤ ਸਨ, ਮੇਨ ਥਾਵਾਂ ਦਾ ਆਪਣੇ ਨਾਲ ਜ਼ਿਕਰ ਕੀਤਾ ਹੈ, ਨਹੀਂ ਤੇ ਇੱਕ ਹੀ ਸਾਖੀ ਦੇ ਨਾਲ ਅਸੀਂ ਭਾਵੇਂ 6 ਮਹੀਨੇ ਵਿਚਾਰ ਕਰਦੇ ਰਹੀਏ, ਕਦੇ ਸਮਾਪਤ ਹੀ ਨਹੀਂ ਹੋ ਸਕਦੀ। ਇਹ 8.25 ਸਾਲ ਬਾਅਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਰਾਏਪੁਰ ਦੀ ਤਲਵੰਡੀ ਦੇ ਵਿੱਚ ਪਹੁੰਚੇ। ਇਸ ਤਰ੍ਹਾਂ ਸਾਰਾ ਕੁਝ ਕਿਰਿਆ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਘਰ ਦੇ ਵਿੱਚ ਜਾਂਦੇ ਨੇ। ਕੱਲ੍ਹ ਦੇ ਸਮੇਂ ਤੋਂ ਆਪਾਂ ਵਿਚਾਰ ਜਿਹੜੀ ਹੈ ਸਾਂਝੀ ਕਰਾਂਗੇ ਜੀ। ਕੋਈਆਂ ਬੇਅੰਤ ਭੁੱਲਾਂ ਤੋਂ ਖਿਮਾ ਬਖਸ਼ਣੀ, ਪਿਆਰ ਸਹਿਤ ਫਤਿਹ ਬੁਲਾਓ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਅਦਾਗਰ